ਸੋ ਇੱਥੇ ਅਮਰੀਕੀ ਕੋਰਟ 'ਚ ਨਿਖਿਲ ਗੁਪਤਾ ਨੇ ਵੱਡਾ ਕਬੂਲਨਾਮਾ ਕੀਤਾ ਹੈ ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਗੁਰਪਤਵੰਤ ਪੰਨੂ ਦੀ ਕਥਿਤ ਕਤਲ ਦੀ ਸਾਜ਼ਿਸ਼ ਕਰਨ ਦਾ ਗੁਨਾਹ ਉਸਨੇ ਕਬੂਲਿਆ। ਮੈਨਹਟਨ ਦੀ ਫੈਡਰਲ ਕੋਰਟ ਵਿੱਚ 3 ਅਪਰਾਧਿਕ ਇਲਜ਼ਾਮਾਂ ਵਿੱਚ ਦੋਸ਼ ਕਬੂਲੇ ਨੇ। ਕਤਲ ਲਈ ਸੁਪਾਰੀ ਦੇਣ ਅਤੇ ਕਤਲ ਦੀ ਸਾਜ਼ਿਸ਼ ਕਰਨ ਦੀ ਉਸਨੇ ਗੱਲ ਮੰਨੀ ਹੈ। ਚੈੱਕ ਗਣਰਾਜ ਵਿੱਚ ਗ੍ਰਿਫਤਾਰੀ ਮਗਰੋਂ ਨਿਖਿਲ ਨੂੰ ਦੱਸਦੇ ਕਿ ਅਮਰੀਕਾ ਲਿਆਂਦਾ ਗਿਆ ਸੀ। ਜੂਨ 2024 ਤੋਂ ਬਰੁਕਲਿਨ ਦੀ ਜੇਲ੍ਹ ਵਿੱਚ ਬੰਦ ਹੈ ਇੱਥੇ ਅਤੇ ਭਾਰਤੀ ਸਰਕਾਰ ਨੇ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਵਿੱਚ ਸ਼ਮੂਲੀਅਤ ਤੋਂ ਹਾਲਾਂਕਿ ਇਨਕਾਰ ਕੀਤਾ ਸੀ, ਲੇਕਿਨ ਹੁਣ ਜਿਸ ਤਰ੍ਹਾਂ ਦੇ ਨਾਲ ਇੱਕ ਕਬੂਲਨਾਮਾ ਸਾਹਮਣੇ ਆਇਆ ਹੈ, ਇਸ ਨੂੰ ਲੈ ਕੇ ਦੇਖਣਾ ਬੜਾ ਅਹਿਮ ਰਹੇਗਾ ਕਿ ਨਿਖਿਲ ਗੁਪਤਾ ਦਾ ਇਹ ਜੋ ਵੱਡਾ ਕਬੂਲਨਾਮਾ ਹੈ ਜੋ ਇਹ ਉਸਨੇ ਕਬੂਲਿਆ ਹੈ ਕਿ ਉਸਨੇ ਸਾਜ਼ਿਸ਼ ਰਚੀ ਸੀ, ਸੁਪਾਰੀ ਦਿੱਤੀ ਸੀ। ਸੋ ਇਸ ਵਿਚਕਾਰ ਹੁਣ ਕੀ ਕੁਝ ਅੱਗੇ ਇਸ ਮਾਮਲੇ ਦੇ ਵਿੱਚ ਹੁੰਦਾ ਹੈ, ਉੱਥੇ ਹੀ ਇੱਥੇ ਭਾਰਤ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਇਸ ਨੂੰ ਲੈ ਕੇ ਸਾਹਮਣੇ ਆਉਂਦੀ ਹੈ। ਸੋ ਕਤਲ ਲਈ ਸੁਪਾਰੀ ਦੇਣ ਅਤੇ ਕਤਲ ਦੀ ਸਾਜ਼ਿਸ਼ ਕਰਨ ਦੀ ਉਸਨੇ ਗੱਲ ਮੰਨੀ ਹੈ। ਭਾਰਤ ਸਰਕਾਰ ਨੇ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਵਿੱਚ ਸ਼ਮੂਲੀਅਤ ਤੋਂ ਹਾਲਾਂਕਿ ਇਨਕਾਰ ਕੀਤਾ, ਲੇਕਿਨ ਇਸ ਵਿਚਕਾਰ ਹੁਣ ਇਹ ਜਿਹੜਾ ਕਬੂਲਨਾਮਾ ਹੈ ਕਿਉਂਕਿ ਸਾਲ 2024 ਤੋਂ ਬਰੁਕਲਿਨ ਦੀ ਜੇਲ੍ਹ ਵਿੱਚ ਬੰਦ ਹੈ ਨਿਖਿਲ ਗੁਪਤਾ। ਭਾਰਤ ਸਰਕਾਰ ਨੇ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਵਿੱਚ ਸ਼ਮੂਲੀਅਤ ਤੋਂ ਹਾਲਾਂਕਿ ਇਨਕਾਰ ਕੀਤਾ, ਲੇਕਿਨ ਇਸ ਵਿਚਕਾਰ ਹੁਣ ਇਹ ਜਿਹੜਾ ਵੱਡਾ ਕਬੂਲਨਾਮਾ ਹੈ ਇਸ ਨੂੰ ਲੈ ਕੇ ਕੀ ਪ੍ਰਤੀਕਿਰਿਆ ਭਾਰਤ ਵੱਲੋਂ ਆਉਂਦੀ ਹੈ ਔਰ ਕੀ ਇੱਥੇ ਇਸ ਨੂੰ ਲੈ ਕੇ ਸਿਆਸਤ ਗਰਮਾਉਂਦੀ ਹੈ, ਕਿਉਂਕਿ ਇਹ ਮੁੱਦਾ ਬੜਾ ਜ਼ਿਆਦਾ ਗਰਮਾਇਆ ਸੀ। ਮੈਨਹਟਨ ਦੀ ਫੈਡਰਲ ਕੋਰਟ ਵਿੱਚ 3 ਅਪਰਾਧਿਕ ਇਲਜ਼ਾਮਾਂ ਦੇ ਵਿੱਚ ਹੁਣ ਉਸਨੇ ਦੋਸ਼ ਜੋ ਕਬੂਲੇ ਨੇ। ਉਸ ਤੋਂ ਬਾਅਦ ਅੱਗੇ ਇਸ ਮਾਮਲੇ ਵਿੱਚ ਕੀ ਕੁਝ ਹੁੰਦਾ ਹੈ, ਉੱਥੇ ਭਾਰਤ ਦਾ ਕੀ ਰੁਖ ਰਹਿੰਦਾ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ, ਇਹ ਵਾਕਈ ਬੜਾ ਅਹਿਮ ਹੋਏਗਾ ਦੇਖਣਾ। ਸੋ ਇੱਥੇ ਦੱਸ ਦਈਏ ਕਿ ਚੈੱਕ ਗਣਰਾਜ ਵਿੱਚ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਬਰੁਕਲਿਨ ਦੀ ਜੇਲ੍ਹ ਵਿੱਚ ਉਹ ਬੰਦ ਹੈ ਨਿਖਿਲ ਗੁਪਤਾ। ਭਾਰਤ ਸਰਕਾਰ ਨੇ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਵਿੱਚ ਸ਼ਮੂਲੀਅਤ ਤੋਂ ਹਾਲਾਂਕਿ ਇਨਕਾਰ ਕੀਤਾ ਹੈ। ਸੋ ਅਮਰੀਕੀ ਕੋਰਟ ਵਿੱਚ ਨਿਖਿਲ ਗੁਪਤਾ ਦਾ ਇੱਥੇ ਇਹ ਵੱਡਾ ਕਬੂਲਨਾਮਾ ਸਾਹਮਣੇ ਆਇਆ। ਗੁਰਪਤਵੰਤ ਪੰਨੂ ਦੀ ਕਥਿਤ ਕਤਲ ਦੀ ਸਾਜ਼ਿਸ਼ ਕਰਨ ਦਾ ਉਸਨੇ ਗੁਨਾਹ ਕਬੂਲਿਆ। ਮੈਨਹਟਨ ਦੀ ਫੈਡਰਲ ਕੋਰਟ ਵਿੱਚ 3 ਅਪਰਾਧਿਕ ਇਲਜ਼ਾਮਾਂ ਵਿੱਚ ਉਸਨੇ ਦੋਸ਼ ਕਬੂਲੇ ਨੇ। ਅਜੇ ਵਿਚਕਾਰ ਇਹ ਜੋ ਜਾਣਕਾਰੀ ਹੈ ਕਿ ਉਸਨੇ ਇਸ ਗੱਲ ਨੂੰ ਮੰਨਿਆ ਹੈ ਕਿ ਉਸਨੇ ਸੁਪਾਰੀ ਦਿੱਤੀ ਸੀ। ਹੋਰ ਜਿਹੜੇ ਅਪਰਾਧਿਕ 3 ਮਾਮਲੇ ਨੇ ਉਸ ਦੇ ਵਿੱਚ ਉਸਦੀ ਸ਼ਮੂਲੀਅਤ ਦੀ ਗੱਲ ਕਬੂਲਣ ਦੀ ਜੋ ਗੱਲ ਸਾਹਮਣੇ ਆ ਰਹੀ ਹੈ ਤੇ ਉਸ ਤੋਂ ਬਾਅਦ ਹੁਣ ਇਸ ਮਾਮਲੇ 'ਚ ਅੱਗੇ ਕੀ ਕੁਝ ਹੁੰਦਾ ਹੈ। ਸੋ ਅਮਰੀਕੀ ਕੋਰਟ ਦੇ ਵਿੱਚ ਨਿਖਿਲ ਗੁਪਤਾ ਦਾ ਇੱਥੇ ਵੱਡਾ ਕਬੂਲਨਾਮਾ ਆਪਣੇ ਆਪ ਦੇ ਵਿੱਚ ਖਬਰ ਹੋਰ ਵੀ ਵੱਡੀ ਹੋ ਜਾਂਦੀ, ਕਿਉਂਕਿ ਜਦੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਇਨਕਾਰ ਉਸਨੇ ਕੀਤਾ ਸੀ। ਉੱਥੇ ਭਾਰਤ ਨੇ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ, ਲੇਕਿਨ ਇਸ ਵਿਚਕਾਰ ਹੁਣ ਇਹ ਜਿਹੜਾ ਵੱਡਾ ਕਬੂਲਨਾਮਾ ਹੈ ਇਹ ਕਈ ਮਾਇਨੇ ਇਸ ਦੇ ਕੱਢੇ ਜਾ ਰਹੇ ਨੇ। ਚੈੱਕ ਗਣਰਾਜ ਗ੍ਰਿਫਤਾਰੀ ਹੋਈ ਸੀ ਜਿਸ ਮਗਰੋਂ ਹੀ ਉਸ ਨੂੰ ਅਮਰੀਕਾ ਲਿਆਂਦਾ ਗਿਆ ਸੀ ਨਿਖਿਲ ਗੁਪਤਾ ਨੂੰ। ਹਾਲਾਂਕਿ ਇਸ ਤੋਂ ਪਹਿਲਾਂ ਜੋ ਜਾਣਕਾਰੀ ਮਿਲੀ ਸੀ ਕਿ ਉਸਨੇ ਕਿਸੇ ਤਰ੍ਹਾਂ ਵੀ ਸ਼ਮੂਲੀਅਤ ਤੋਂ ਜਾਂ ਗੁਨਾਹ ਤੋਂ ਇਨਕਾਰ ਕੀਤਾ, ਲੇਕਿਨ ਹੁਣ ਇਹ ਕਬੂਲਨਾਮਾ ਆਪਣੇ ਆਪ ਦੇ ਵਿੱਚ ਬੜਾ ਹੀ ਅਹਿਮ ਹੋ ਜਾਂਦਾ ਹੈ ਅਮਰੀਕੀ ਕੋਰਟ ਦੇ ਵਿੱਚ, ਕਿਉਂਕਿ ਇਹ ਕੇਸ ਚੱਲ ਰਿਹਾ ਹੈ। ਸੋ ਨਿਖਿਲ ਗੁਪਤਾ ਨੇ ਇੱਥੇ ਇਹ ਗੁਨਾਹ ਕਬੂਲਿਆ ਹੈ। ਗੁਰਪਤਵੰਤ ਪੰਨੂ ਦੀ ਕਥਿਤ ਕਤਲ ਦੀ ਸਾਜ਼ਿਸ਼ ਕਰਨ ਦਾ ਇਲਜ਼ਾਮ ਕਬੂਲਿਆ। ਹਾਲਾਂਕਿ ਗੁਰਪਤਵੰਤ ਪੰਨੂ ਜੋ ਲਗਾਤਾਰ ਵੱਖ-ਵੱਖ ਜੋ ਵੱਖ-ਵੱਖ ਅਪਰਾਧਿਕ ਮਾਮਲਿਆਂ 'ਚ ਉਸਦੀ ਜੋ ਸ਼ਮੂਲੀਅਤ ਖਾਸ ਤੌਰ ਤੇ ਭਾਰਤ ਵਿੱਚ ਜਿਸ ਤਰ੍ਹਾਂ ਦੇ ਨਾਲ ਕਈ ਵਾਰ ਉਸਦੇ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜਾਂ ਹੋਰ ਜਿਸ ਤਰ੍ਹਾਂ ਦੇ ਨਾਲ ਮਾਹੌਲ ਨੂੰ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਦੇ ਉਸਤੇ ਇਲਜ਼ਾਮ ਲੱਗੇ ਨੇ, ਇਸ ਵਿਚਕਾਰ ਉਸਦੀ ਕਥਿਤ ਕਤਲ ਦੀ ਸਾਜ਼ਿਸ਼ ਜਿਹੜੀ ਕਰਨ ਦੇ ਇਲਜ਼ਾਮ ਲੱਗੇ ਸਨ। ਸੋ ਅਮਰੀਕੀ ਕੋਰਟ ਵਿੱਚ ਨਿਖਿਲ ਗੁਪਤਾ ਦਾ ਹੁਣ ਇੱਥੇ ਵੱਡਾ ਕਬੂਲਨਾਮਾ ਸਾਹਮਣੇ ਆਇਆ। ਸੋ ਇੱਥੇ ਮੈਨਹਟਨ ਦੀ ਕੋਰਟ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਇਹ ਮਾਮਲਾ ਚੱਲ ਰਿਹਾ ਹੈ, ਕਤਲ ਲਈ ਸੁਪਾਰੀ ਦੇਣ ਦੀ ਗੱਲ ਉਸਨੇ ਕਬੂਲੀ ਹੈ। ਚੈੱਕ ਗਣਰਾਜ ਗ੍ਰਿਫਤਾਰੀ ਮਗਰੋਂ ਨਿਖਿਲ ਨੂੰ ਅਮਰੀਕਾ ਲਿਆਂਦਾ ਗਿਆ ਸੀ। ਸੋ ਜੂਨ 2024 ਤੋਂ ਉਹ ਬਰੁਕਲਿਨ ਦੀ ਜੇਲ੍ਹ ਦੇ ਵਿੱਚ ਬੰਦ ਹੈ, ਲੇਕਿਨ ਹੁਣ ਇੱਥੇ ਵੱਡਾ ਕਬੂਲਨਾਮਾ ਨਿਖਿਲ ਗੁਪਤਾ ਦਾ ਆਪਣੇ ਆਪ ਦੇ ਵਿੱਚ ਮਾਮਲੇ ਨੂੰ ਹੋਰ ਵੀ ਜ਼ਿਆਦਾ ਗਰਮਾ ਦਿੰਦਾ ਹੈ। ਭਾਰਤ ਸਰਕਾਰ ਨੇ ਹਾਲਾਂਕਿ ਦੱਸ ਦੇ ਕਿ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੋਇਆ ਹੈ।